ਅੱਜ ਦੇ ਲੈਕਚਰ 'ਚ ਫਿਰ ਸਾਡਾ ਜਿਹੜਾ ਫੋਕਸ ਹੈ ਅਸੀਂ ਐਂਸ਼ੀਐਂਟ ਇੰਡੀਆ ਹੀ ਹੈ ਔਰ ਇਹਦੇ ਵਿੱਚ ਅਸੀਂ ਵੇਦਾਂ ਦੇ ਉੱਤੇ ਕੁਐਸਚਨ ਕਰ ਰਹੇ ਹਾਂ। ਰਿਗਵੇਦਾ ਸੰਹਿਤਾ devotes 1/4 of its hymns to Indra, Lord Indra। ਦੇਵਰਾਜ ਇੰਦਰ ਨੂੰ ਪ੍ਰਾਂਦਰ ਵੀ ਕਹਿੰਦੇ ਆ, ਗॉड ਆਫ ਰੇਨ, ਗॉड ਆਫ ਥੰਡਰਸਟਾਰਮ, ਇਸ ਤਰ੍ਹਾਂ ਦੇ ਇਹਨਾਂ ਦੇ ਨਾਲ ਐਪੀਥੈਟਸ ਜੁੜਦੇ ਨੇ ਦੇਵਰਾਜ ਇੰਦਰ ਦੇ ਨਾਲ। ਨੈਕਸਟ ਕੁਐਸਚਨ ਸਾਡੇ ਕੋਲੇ ਬੜਾ ਹੀ ਜ਼ਬਰਦਸਤ ਕੁਐਸਚਨ ਹੈ, ਮੈਚ ਦਾ ਫੋਲੋਇੰਗ। ਇਹ ਸਾਡੇ ਕੋਲੇ ਵੈਦਿਕ ਏਜ ਦੇ ਵਿੱਚ ਕੁਝ ਅਸੀਂ ਟਰਮਸ ਨੇ, ਇਹਨਾਂ ਦਾ ਖਾਸ ਖਿਆਲ ਰੱਖਣਾ ਤੁਸੀਂ ਟਰਮਸ ਦਾ। ਸਭ ਤੋਂ ਆਨਸਰ ਇਹੀ ਆਏਗਾ, ਮੈਂ ਇਹਨੂੰ ਚੈੱਕ ਕਰ ਲਾਂਗਾ। ਦੁਹਿਤਰੀ ਈ ਦਾ 1 ਹੈ ਜੀ ਸਾਡੇ ਕੋਲ, ਆਪਾਂ ਇਹਨੂੰ ਦੇਖ ਚੁੱਕੇ ਹਾਂ। ਈ ਦਾ 1 ਸੂਤਾ ਰਥ ਚਲਾਉਣ ਵਾਲਾ ਹੁੰਦਾ ਹੈ। ਮਹਾਭਾਰਤ ਦਾ ਕਰੈਕਟਰ ਜਿਹੜਾ ਕਰਨ ਸੀ, ਇਹਨੂੰ ਇਹਦੀ ਮਾਤਾ ਕੁੰਤੀ ਨੇ ਛੱਡਤਾ ਸੀ ਤੇ ਇਹਨੂੰ ਚੈਰੀਅਟੀਅਰ ਨੇ ਇਹਨੂੰ ਸੂਤ ਪੁੱਤਰ ਕਹਿੰਦੇ ਸੀ। ਇਹਨੂੰ ਸੂਤ ਪੁੱਤਰ ਇਸ ਕਰਕੇ ਕਹਿੰਦੇ ਸੀ ਕਿ ਇਹਨੂੰ ਜਿਹਦਾ ਪਾਲਣ ਪੋਸ਼ਣ ਜਾਂ ਜਿਹੜਾ ਦੁਨੀਆ ਦੇ ਵਿੱਚ ਇਹਦੇ ਜਿਹੜੇ ਫਾਦਰ ਸੀਗੇ ਉਹ ਰੱਥ ਚਲਾਉਣ ਵਾਲੇ ਸੀਗੇ। ਤਾਂ C5 ਤੇ E1 ਇਹਦਾ ਦੇਖਦੇ ਆਪਾਂ ਕਿਤੇ ਚੱਲਦਾ ਹੈ ਕਿ ਨਹੀਂ ਚੱਲਦਾ। C5 ਤੇ E1 ਇਹ ਸਾਡੇ ਕੋਲੇ ਆਪਸ਼ਨ ਇਹਦੀ A ਆ ਗਈ। ਇਹਦੇ ਵਿੱਚ ਸਾਡੇ ਕੋਲੇ ਕੁਝ ਹੋਰ ਨੇਮਸ ਨੇ ਤੇ ਕਈ ਵਾਰੀ ਇਹ ਇਸ ਤਰ੍ਹਾਂ ਦੇ ਨੇਮਸ ਹੁੰਦੇ ਨੇ ਕਿ ਜਿਹੜੇ ਨੇਮਸ ਆਪਾਂ ਨਹੀਂ ਸੁਣੇ ਹੁੰਦੇ ਜਾਂ ਬਿਲਕੁਲ ਜਿਹੜੀਆਂ ਟਰਮਸ ਨੇ ਸਾਡੇ ਲਈ ਉਹ ਅਨਨੋਨ ਟਰਮਸ ਹੁੰਦੀਆਂ ਨੇ। ਜਿਵੇਂ ਏਜ 4 ਵਾਪਤਾ, ਨੋਟ ਕਰੋ, ਬਾਰਬਰ, ਈਜ਼ ਬਾਰਬਰ। B2 ਕਾਓ ਕਿਲਰ, ਰੈਫਰਿੰਗ ਟੂ ਗੈਸ। B2 ਇਹ ਥੋੜਾ ਬਹੁਤ ਅਜੀਬ ਲੱਗ ਰਿਹਾ। ਗੋਹਾਨਾ ਇਜ਼ ਵੈਰੀ ਅਜੀਬ ਟਰਮ, ਕਿਉਂਕਿ ਵੈਸੇ ਤਾਂ ਜਿਹੜਾ ਸਾਡੇ ਕੋਲੇ ਈਵਨ ਮਹਾਭਾਰਤ ਦੇ ਵੀ ਕਈ ਪਰਵ ਹੈ ਉਹ ਇਸ ਤਰ੍ਹਾਂ ਰੈਫਰ ਕਰਦੇ ਆ, ਈਵਨ ਕਾਓ ਈਟਿੰਗ ਵੈਦਿਕ ਏਜ ਦੇ ਵਿੱਚ ਥੋੜਾ ਜਿਹਾ, ਪਰ ਉਹ ਸਾਡੇ ਜਿਹੜੇ ਮਾਡਰਨ ਜਿਹੜੀਆਂ ਨੇ ਇੰਟੈਲੈਕਚੁਅਲ ਇਨਕਲੀਨੇਸ਼ਨਸ ਨੇ ਉਹਦੇ ਹਿਸਾਬ ਨਾਲ ਉਹ ਬੜਾ ਗਲਤ ਲੱਗਦਾ। ਗੋਹਨਾ ਕਾਓ ਕਿਲਰ ਰੈਫਰਿੰਗ ਟੂ ਗੈਸ, ਮੈਨੂੰ ਕਾਓ ਕਿਲਰ ਟਰਮ ਠੀਕ ਨਹੀਂ ਲੱਗੀ। ਤੋ ਇਸ ਤੋਂ ਬਾਅਦ ਸੂਤਾ ਚੈਰੀਅਟੀਅਰ, ਇਹ ਮੈਂ ਤੁਹਾਨੂੰ ਦੱਸ ਹੀ ਦਿੱਤਾ। ਅਗਾਨਵਾ ਇਸ D goes to 3, not to be killed, referring to cows, not to be killed, ਜਿਹਨੂੰ ਨਹੀਂ ਮਾਰਿਆ ਜਾਣਾ ਚਾਹੀਦਾ, referring to cows। ਤੋ ਇਹ ਇਸ ਤਰ੍ਹਾਂ ਦੀ ਸਾਡੇ ਕੋਲੇ ਇਹਦੇ ਵਿੱਚ ਜਿਹੜੀ ਟਰਮੀਨੋਲੋਜੀ ਸੀ, ਸਾਰੀਆਂ ਟਰਮਸ ਇਹਦੇ ਵਿੱਚ ਬਹੁਤ ਇੰਪੋਰਟੈਂਟ ਹੈ। ਅਗਲੀ ਸਾਡੇ ਕੋਲੇ ਫਿਲਾਸਫੀਕਲ ਕੁਐਸਚਨ ਹੈ, ਸਾਡੇ ਕੋਲੇ ਬੜੀ ਜ਼ਬਰਦਸਤ ਕੁਐਸਚਨ ਹੈ। ਨੈਕਸਟ ਇਹ ਇੰਡੀਆ ਦਾ ਜਿਹੜਾ ਥਾਟ ਸਕੂਲ ਹੈ, ਇੰਡੀਅਨ ਫਿਲਾਸਫੀ ਜਿਹੜੀ ਆਫ ਥਾਟਸ ਹੈ ਉਹਨੂੰ ਇਹ ਰੈਫਰ ਕਰਦਾ। ਮੈਂ ਇੱਕ ਦੋ ਵਾਰ ਕਹਿ ਰਿਹਾ ਫਿਲਾਸਫੀ ਜਿਹੜੀ ਹੈ ਕਰਵਾਈ ਵੀ ਆ ਤੁਹਾਨੂੰ। ਯੋਗਾ ਪਤੰਜਲੀ ਸਿੱਧਾ। ਤੋਂ 85th ਕੁਐਸਚਨ ਹੈ ਸਾਡੇ ਕੋਲੇ, ਯੋਗਾ ਗੋਸ ਟੂ ਪਤੰਜਲੀ। ਇਹ ਤਾਂ ਸਿੱਧਾ ਇੱਧਰ ਹੈ। ਨਿਆਇਆ ਗੌਤਮ, ਮਹਾਰਿਸ਼ੀ ਗੌਤਮ ਤੇ ਅਹਿਲਿਆ ਦੀ ਸਟੋਰੀ ਆਉਂਦੀ ਹੈ, ਗੁਰੂ ਗ੍ਰੰਥ ਸਾਹਿਬ 'ਚ ਵੀ ਹੈ, ਰਾਮਾਇਣ 'ਚ ਵੀ ਹੈ। ਭਾਈ ਗੁਰਦਾਸ ਅਹਿਲਿਆ ਦਾ ਨਾਮ ਇਹਨਾਂ ਦਾ ਰੈਫਰੈਂਸ ਆਉਂਦਾ ਹੈ, ਮਹਾਰਿਸ਼ੀ ਗੌਤਮ ਤੇ ਅਹਿਲਿਆ ਦਾ ਗੁਰੂ ਗ੍ਰੰਥ ਸਾਹਿਬ 'ਚ ਵੀ ਹੈ, ਰਾਮਾਇਣ 'ਚ ਵੀ ਹੈ। ਸੰਖਿਆ ਮਹਾਰਿਸ਼ੀ ਕਪਿਲ। ਜਿਹੜੀ ਸੰਖਿਆ ਫਿਲਾਸਫੀ ਹੈ ਇਹਦਾ ਹਿੰਦੁਸਤਾਨ ਦੇ ਕਈ ਧਰਮਾਂ ਦੇ ਉੱਤੇ ਇਫੈਕਟ ਹੈ, ਜਿਵੇਂ ਬੁੱਧਿਜ਼ਮ ਦੇ ਉੱਤੇ ਇਹਦਾ ਇਫੈਕਟ ਹੈ, ਜੈਨਿਜ਼ਮ ਦੇ ਉੱਤੇ ਵੀ ਇਹਦਾ ਇਫੈਕਟ ਹੈ। ਇਹ ਨੀਅਰਲੀ ਅਥੀਸਟਿਕ ਨੇ ਸਾਰੇ ਸਕੂਲ ਆਫ ਥਾਟ, ਇਹ ਸਾਰੇ ਯੋਗਾ ਨੂੰ ਛੱਡ ਕੇ। ਉੱਤਰਾ ਮੀਮਾਂਸਾ ਔਰ ਵੇਦਾਂਤਾ। उत्तरा मीमांसा और वेदांता भाद्रायण। विशेषिका कन्नाड़। पूर्व मीमांसा जैमिनाय। जपजी साहब च लाइन आती है, शह घर, शह गुर, शह उपदेश, इस तरह की लाइन आती। ਉਹਦੇ ਚ ਜਿਹੜੇ ਸ਼ੈ ਗੁਰੂ ਨੇ ਉਹ ਇਹ 6 ਗੁਰੂ ਨੇ ਜਿਹੜੇ ਆ ਨੇ ਸਾਡੇ ਕੋਲ, ਤੇ 6 ਉਪਦੇਸ਼ ਆ ਇਹਨਾਂ ਦੀ ਅਲੱਗ-ਅਲੱਗ ਫਿਲਾਸਫੀ ਆ। ਜਿੰਨੇ ਵੀ ਮਾਡਰਨ ਧਰਮ ਹੈ ਉਹ ਯੋਗਾ ਨੂੰ ਯੂਜ਼ ਕਰਦੇ ਆ, ਔਰ ਇਹਦੇ ਵਿੱਚ ਸਿੱਖ ਮਤ, ਰਾਧਾ ਸੁਆਮੀ,
ਨਿਰੰਕਾਰੀ ਈਵਨ ਆ ਸੱਚੇ ਸੌਦੇ ਵਾਲੇ, ਜਿਹੜਾ ਵੈਸੇ ਤਾਂ ਇਹਨਾਂ ਦਾ ਪ੍ਰੈਜ਼ੈਂਟ ਗੁਰੂ ਬਦਨਾਮ ਹੈ, ਪਰ ਇਹਨਾਂ ਦੀ ਸੋਚ ਇਹਦੇ ਪਿੱਛੇ ਆਹੀ ਹੈ, ਸਿਮਰਨ ਦੀ ਹੈ। ਵੈਸ਼ਨਵ, ਭਗਤੀ ਮੂਵਮੈਂਟ, ਇਹ ਸਾਰੀ ਯੋਗ ਨੂੰ ਹੈ। ਇੱਕ ਮੈਂ ਹੋਰ ਛੱਡ ਗਿਆ, ਨਾਥ ਸੈਕਟ। ਨਾਥ ਸੈਕਟ ਵਾਲੇ ਇਹ ਸ਼ਿਵਜੀ ਮਹਾਰਾਜ ਦੇ ਪੁਜਾਰੀ ਨੇ। ਨਾਥ ਯੋਗੀਆਂ ਨੇ ਬੁੱਧ ਧਰਮ ਦੇ ਵਿੱਚ ਚੇਂਜਸ ਕੀਤੀਆਂ ਨੇ। ਬੁੱਧ ਧਰਮ ਦੀ ਇੱਕ ਫਾਰਮ ਹੈ ਵਜਰਾਇਣ, ਇਹਦੇ ਚ ਚੇਂਜਸ ਕੀਤੀਆਂ ਨੇ। ਈਵਨ ਜਿਹੜੇ ਨਾਥ ਸੈਕਟ ਦੀ ਫਿਲਾਸਫੀ ਹੈ ਉਹ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਦੇ ਨਾਲ ਕਾਫੀ ਮਿਲਦੀ ਹੈ। ਉਹਦੇ ਵਿੱਚੋਂ ਜਿਸ ਤਰ੍ਹਾਂ ਹਿਊਮਨ ਬੀਇੰਗ ਦੀ ਇਸ ਤਰ੍ਹਾਂ ਸ਼ਕਲ ਬਣਾ ਲਓ ਨਾ, ਤੇ ਉਹ ਮਤਲਬ ਕਿ ਇੱਥੇ ਮਨ ਹੈ, ਇੱਥੇ ਜਾ ਕੇ ਕਹਿੰਦੇ ਦਸਮ ਦਵਾਰ ਖੁੱਲਦਾ, ਉਹ ਸਾਰੀਆਂ ਚੀਜ਼ਾਂ ਸੇਮ ਨੇ। ਨੈਕਸਟ ਸਾਡੇ ਕੋਲੇ ਇਹ ਆਪਸ਼ਨ ਤਾਂ ਹੈ ਜੇ ਅਸਰਸ਼ਨ ਤੇ ਰੀਜ਼ਨ ਦੋਵੇਂ ਠੀਕ ਹੈ, ਤੇ ਆਰ ਇਜ਼ ਏ ਰੀਜ਼ਨ ਆਫ ਅਸਰਸ਼ਨ। ਬੀ ਆਪਸ਼ਨ ਸਾਡੇ ਕੋਲੇ ਉਦੋਂ ਹੁੰਦੀ ਹੈ ਜਦੋਂ ਰੀਜ਼ਨ ਵੀ ਕਰੈਕਟ ਹੈ, ਅਸਰਸ਼ਨ ਵੀ ਕਰੈਕਟ ਹੈ ਤੇ ਰੀਜ਼ਨ ਵੀ ਕਰੈਕਟ ਹੈ, ਬਟ ਆਰ ਡਜ਼ ਨਾਟ ਐਕਸਪਲੇਨ ਏ। ਸੀ ਦੇ ਵਿੱਚ ਕੀ ਹੈ, ਅਸਰਸ਼ਨ ਕਰੈਕਟ ਹੈ, ਰੀਜ਼ਨ ਗਲਤ ਹੈ। ਡੀ ਦੇ ਵਿੱਚ ਕੀ ਹੈ ਸਾਡੇ ਕੋਲੇ, ਇਹਨੇ ਵੈਸੇ ਉਲਟਾਤਾ ਇਹਦੇ ਚ ਇੰਟੈਲੀਜੈਂਟਲੀ। A stands for assertion, R stands for reason. Write A if only A is correct, B if only reason is correct. उल्टाता है सारा जी। C if both, C कदों है if both A and R are correct and R explains A। ये पहला A होंदा सी साडे कोले, ये C है। D साडे कोल की है if both A and R correct but R does not explain A। ਹੁਣ ਇਹ ਸਾਨੂੰ ਬਹੁਤ ਧਿਆਨ ਨਾਲ ਕਰਨਾ ਪੈਣਾ ਹੈ। ਜੋ ਨਾਰਮਲ ਵੇ ਦੇ ਨਾਲ IAS ਕੁਐਸਚਨ ਪੁੱਛਿਆ ਜਾਂਦਾ ਸੀ, ਉਹਦੇ ਤੋਂ ਇਹਨਾਂ ਨੇ ਆਪਸ਼ਨਾਂ ਦੀ ਫਾਰਮ ਚੇਂਜ ਕਰਤੀ। ਜਿਹੜਾ ਨੂੰ ਧਿਆਨ ਨਾਲ ਨਹੀਂ ਪੜੂਗਾ ਉਹ ਪ੍ਰੈਕਟਿਸ ਦੇ ਹਿਸਾਬ ਨਾਲ ਮਤਲਬ ਕਿ ਗਲਤ ਮਾਰਕ ਕਰੂਗਾ। ਦ ਪਿਵਟਲ ਥੀਮ ਆਫ ਉਪਨਿਸ਼ਾਦਸ ਇਜ਼ ਤਤ ਤਤ ਤਮਮ ਅਸੀ। तो ये संस्कृत के वर्ड्स ने। आत्मा इज ब्राह्मण, ठीक हो सकता। उपनिषाद्स expresses a strong reaction against the curse, rituals and priestly domination in later Vedic age। अपने आप च दोवें ठीक ने, पहला भी ठीक है ते आ भी ठीक है, पर जिहड़ा रीजन है यह असर्शन नो एक्सप्लेन नहीं करता। तो एज ए रिजल्ट साडे कोल की हो गया, आर डज नॉट एक्सप्लेन ए, बोथ ऑफ देम आर करेक्ट एंड ऑप्शन इज डी। मैं थोड़ा ऑप्शन हाईलाइट करदा डी, बाकी इन्होंने थोड़ा जिहा फर्क लगूगा सी ए एंड दिस इज डी। तो ਇਹਦੇ ਵਿੱਚ ਆਪਣੇ ਆਪ ਚ ਦੋਵੇਂ ਸਟੇਟਮੈਂਟਸ ਕਰੈਕਟ ਨੇ। ਉਪਨਿਸ਼ਦਾਂ ਨੇ ਜਿਹੜੇ ਰਿਚੁਅਲਸ ਨੂੰ, ਰਿਚੁਅਲ ਕੀ ਹੁੰਦਾ ਹੈ, ਦੇਖੋ ਧਰਮ ਚ ਭਾਵਨਾ ਦੀ ਪ੍ਰਧਾਨਤਾ ਹੈ। ਕੋਈ ਵੀ ਧਾਰਮਿਕ ਕਾਰਜ ਜਿਹੜਾ ਭਾਵਨਾ ਦੇ ਨਾਲ ਕੀਤਾ ਜਾਂਦਾ ਉਹ ਠੀਕ ਹੈ, ਜਿਹੜਾ ਭਾਵਨਾਹੀਨ ਹੋ ਕੇ ਕੀਤਾ ਜਾਂਦਾ ਉਹ ਠੀਕ ਨਹੀਂ ਹੈ, ਉਹ ਰਿਚੁਅਲ ਹੈ। तो जी लेटर वैदिक एज के प्रीसले क्लास की डोमिनेंस हो गई सी, उन्होंने रिचुअल्स के उत्ते बहुत ज्यादा स्ट्रैस देता। तो रिलीजन है जो एक्चुअली की होंगे शुरू तो फिलोसफी तो शुरू होंगे, यूनीवर्सलिज्म तो शुरू होंगे, एंड अप कितने कर जाता है, एंड अप कर जाता है सिंबलिज्म के रिचुअल्स के उत्ते। 87th क्वेश्चन, आर्यंस वर लिटरेट पीपल इवन बिफोर दे केम टू इंडिया। Probably since 700 BC, Aryans started using script। देखो पहली गल तां जे असीं देखिए आर्यंस नूं असीं पहला मनदे हां कि आर्यंस ईरान च आए। जे जर्मनी टर्की वाले एरिए च आर्यंस आंदे ने यूरेशिया चों, ईरान च आए। ईरान दी टेक्स्ट है ज़ेंड अवस्था, तो इस करके फर्स्ट इज प्रोबेबली करेक्ट। ਜਿਹੜਾ ਇਹ ਕਹਿੰਦਾ ਪ੍ਰੋਬੇਬਲੀ ਸਿੰਸ ਐਨੇ ਆਰੀਅਨਸ ਸਟਾਰਟਡ ਯੂਜ਼ਿੰਗ ਸਕ੍ਰਿਪਟ, ਇਹ ਮੈਨੂੰ ਨਾ ਇਹਦੇ ਚ ਕਮੀ ਪੇਸ਼ੀ ਲੱਗ ਰਹੀ ਹੈ। ਰਿਗਵੇਦ ਦਾ ਤਾਂ 1000 BC ਤੋਂ ਬਾਅਦ ਤਾਂ ਦੂਜੀ ਵੈਦਿਕ ਏਜ ਆ ਜਾਂਦੀ ਆ। ਤੋ ਇਹਦੇ ਵਿੱਚ ਕੀ ਹੈ, ਆਪਾਂ ਆਪਸ਼ਨ ਦੇਖੀਏ। A if only A is correct, B if only reason is correct। मैनू ये जिहड़े आंसर की जो दिता वो गलत लग रहा, क्योंकि जिहड़ा ऋग्वेद है, ऋग्वेद साडे कोले 700 BC तो पहला लिखा गया।
ਲੇਟਰ ਵੈਦਿਕ ਏਜ ਹੈ ਜਿਹੜੀ ਸਾਡੇ ਕੋਲੇ, ਦੇਖੋ ਲੇਟਰ ਵੈਦਿਕ ਏਜ 1000 ਤੋਂ 600 BC ਤੱਕ ਹੈ ਲੇਟਰ ਵੈਦਿਕ ਏਜ। ਜਿਹੜੀ ਰਿਗ ਵੈਦਿਕ ਏਜ ਹੈ ਉਹ ਇਹਦੇ ਤੋਂ ਪਹਿਲਾਂ ਹੈ, 1500 BC ਤੋਂ ਲੈ ਕੇ 1000 BC ਤੱਕ ਸਾਡੇ ਕੋਲੇ ਰਿਗ ਵੈਦਿਕ ਏਜ ਹੈ। ਇਹ ਸਾਡੇ ਕੋਲੇ ਲੇਟਰ ਰਿਗਵੇਦਿਕ ਏਜ ਹੈ ਜਿਹੜਾ ਇਹ ਪਾਠ ਹੈ। ਹੁਣ ਰਿਗਵੇਦ ਤਾਂ ਇੱਥੇ ਲਿਖੋ ਗਿਆ, ਰਿਗਵੇਦ ਸਕ੍ਰਿਪਟ ਤੋਂ ਬਿਨਾਂ ਥੋੜਾ ਲਿਖੋਗੇ, ਠੀਕ ਹੈ ਨਾ। ਤੋ ਇਸ ਕਰਕੇ ਮੈਂ ਜਿਹੜਾ ਸੀਗਾ ਇਹਦੇ ਨਾਲ ਐਗਰੀ ਨਹੀਂ ਕਰਦਾ। ਤੋ ਮੇਰੇ ਹਿਸਾਬ ਦੇ ਨਾਲ ਰੀਜ਼ਨ ਇਜ਼ ਰੌਂਗ ਐਂਡ ਅਸਰਸ਼ਨ ਇਜ਼ ਕਰੈਕਟ। ਮੇਰੇ ਹਿਸਾਬ ਦੇ ਨਾਲ ਇਹਦੀ ਆਨਸਰ ਹੈ ਜਿਹੜਾ ਉਹ ਇਹ ਆ। ਅਗਲਾ ਕੁਐਸਚਨ ਅਸੀਂ ਦੇਖੀਏ, ਉਪਨਿਸ਼ਾਦ ਜਿਹੜੇ ਉਪਨਿਸ਼ਦ ਨੇ ਉਪਨਿਸ਼ਦ ਰਿਲੀਜਨ, ਫਿਲਾਸਫੀ, ਯੋਗਾ ਤੇ ਲਾਅ, ਦੱਸੋ ਜੀ ਕੀ ਆ ਉਪਨਿਸ਼ਦ? ਬਹੁਤ ਸੌਖਾ ਕੁਐਸਚਨ ਆਪਾਂ ਨੂੰ ਮਾਰਕ ਹੋਇਆ। ਮਾਰਕ ਕਰੋ ਜਰਾ, ਵਾਟ ਇਜ਼ ਦ ਉਪਨਿਸ਼ਦਾਸ ਆਰ? ਉਪਨਿਸ਼ਦਾਸ ਫਿਲਾਸਫੀ ਨੇ, ਉਪਨਿਸ਼ਦ ਸਾਡੇ ਕੋਲੇ ਫਿਲਾਸਫੀ ਨੇ। 89th question, the tribal nature of Rigvedic society is evident from frequent occurrences of various terms which stand for kin-based units as. Tribal nature of Rigvedic society is evident from frequent occurrences of various terms which stands for kin-based units such as. ਲਓ ਜੀ, kin-based units ਸਾਡੇ ਕੋਲ ਕਿਹੜੇ ਕਿਹੜੇ ਨੇ? ਜਨਾ, ਗ੍ਰਾਮ, ਕੁਲਾ, ਸ਼ਰਦਾ, रथाकारा, तक्षण, गोमत, गेवसेना एंड गोपति और महाजनपदा। महाजनपदा तो ਇਹਦੇ ਵਿੱਚ ਸਾਡੇ ਕੋਲੇ ਜਨਾ, ਵਿਸ਼, ਗ੍ਰਾਮਾ, ਕੁਲਾ। ਜਨਾ ਸਭ ਤੋਂ ਵੱਡਾ ਯੂਨਿਟ, ਵਿਸ਼ ਉਦੋਂ ਛੋਟਾ, ਗ੍ਰਾਮ ਪਿੰਡ, ਫਿਰ ਕੁਲ ਆ ਗਿਆ। ਇਸ ਤਰ੍ਹਾਂ ਇਹਦੀ ਜਿਹੜੀ ਸਾਡੇ ਕੋਲੇ ਡਿਵੀਜ਼ਨ ਹੁੰਦੀ ਹੈ। तो ਇਹਦਾ 89th ਦਾ ਆਨਸਰ ਹੈ ਜਿਹੜਾ ਉਹ ਸਾਡੇ ਕੋਲੇ ਇਹ ਹੈ। 90th क्वेश्चन, गिरहा, ग्रामीण, विश ਤੇ ਜੋਹਿਆਸ। ਦੇਖੋ ਗ੍ਰਾਮੀਣ ਜਿਹੜਾ ਸਾਡੇ ਕੋਲ ਕੀ ਹੈ, ਪਿੰਡ, ਵਿਲੇਜ। तो ਸਾਡੇ ਕੋਲੇ ਗ੍ਰਾਮੀਣ ਕਿਨ ਬੇਸਡ ਯੂਨਿਟਸ ਆਫ वैदिक सोसाइटी, विश पिवट ऑफ वैदिक सोसाइटी। सर ਜਿਹੜਾ ਵਿਸ਼ ਹੈ ਇਹ ਨਹੀਂ ਹੈਗਾ ਕਿਨ ਬੇਸਡ ਯੂਨਿਟ, ਸਰ ਆਪਾਂ ਉੱਪਰ ਕੀਤਾ ਨਹੀਂ। ਬਿਲਕੁਲ ਨਾ, ਮੈਂ ਤਾਂ ਇਹਦਾ ਵੈਸੇ ਸੀਕੁਐਂਸਿੰਗ ਪੜ੍ਹ ਰਿਹਾ। ਇਹਦਾ ਆਨਸਰ ਗਿਰਹਾ, ਇਹਨੇ ਸਪੈਲਿੰਗ ਗਲਤ ਲਿਖੇ ਹੋਇਆ, ਨਹੀਂ ਤਾਂ ਐਡਾ ਕੋਈ ਖਾਸ ਗੱਲ ਨਹੀਂ ਸੀ। ਪਿਵਟ ਆਫ ਰਿਗਵੈਦਿਕ सोसाइटी। ग्रामीण, इंपॉर्टेंट मेंबर ऑफ रॉयल एंटोरेज। नो ਸਰ ਇਹਨੂੰ ਆਪਾਂ ਵਿਲੇਜ ਦਾ ਹੈਡ ਨਹੀਂ ਕਹਿ ਦਿੰਦੇ ਸੀਗੇ? ਕਿਨੂੰ? ਗ੍ਰਾਮੀਣ ਨੂੰ। ਨਹੀਂ, ਗ੍ਰਾਮੀਣ ਵੈਸੇ ਇਹ ਪਿੰਡ ਦੇ ਨਾਲ ਮਤਲਬ ਕਿ ਐਸੋਸੀਏਟਡ ਸੀਗਾ। तो ਇਹਦੇ ਚ ਇਹਦੇ ਤੋਂ ਥੋੜਾ ਜਿਹਾ ਮਤਲਬ ਕਿ ਜਿਹੜੀ ਕਲਾਸੀਫਿਕੇਸ਼ਨ ਹੈ ਉਹ ਇਹਦੇ ਚ ਸਹੀ ਪਿਕਅਪ ਨਹੀਂ ਹੋਈ, ਠੀਕ ਹੈ ਨਾ। तो ਜਿਹੜੀ ਸਾਡੇ ਕੋਲੇ ਵੈਦਿਕ ਸੁਸਾਇਟੀ ਹੈ, देखो कुला तो साढ़े को फैमिली होगी, ग्रामा विलेज हो गया, ग्रामीणी विलेज का हेड हो गया ग्रामीण, जना क्लैन, विश। तो ये साढ़े को ਜਿਹੜੀਆਂ मेन ਜਿਹੜੀਆਂ टर्म्स ਸੀਗੀਆਂ, ग्रामीणी साढ़े को हेड ऑफ विलेज किते है नहीं, इन्हें लिखा किते, पर इन्हें ग्रामीणी नहीं लिखा। इन्हें ਜਿਹੜੀ टर्म साढ़े को यूज की है ग्रामीण यूज की है। ਜਿਹੜੀ टर्म ग्रामीणी है
ਇਹ ਤਾਂ ਵਿਲੇਜ ਦਾ ਹੈਡ ਹੈ। ਸਰ ਮੈਂ ਕਿਤੇ ਦੇਖਿਆ ਸੀ ਜਿਹੜਾ ਮਤਲਬ ਗ੍ਰਾਮੀਣ ਹੈ ਨਾ ਇਕੱਲਾ ਉਹ ਵੀ ਆਹੀ ਲਿਖਿਆ ਹੋਇਆ ਸੀਗਾ। ਨਹੀਂ, ਗ੍ਰਾਮੀਣ ਦਾ ਫਰਕ ਹੈ, ਗ੍ਰਾਮੀਣ ਦਾ ਇਹਦੇ ਨਾਲੋਂ ਬਿਲਕੁਲ ਹੀ ਥੋੜਾ ਜਿਹਾ ਫਰਕ ਹੈ। ਇਹ ਸਾਡੇ ਕੋਲ ਆ ਗਿਆ ਵਿਲੇਜ ਹੈਡ, ਠੀਕ ਹੈ। ਤੋ ਜਿਹੜਾ ਸਾਡੇ ਕੋਲੇ ਦੇਖੋ ਫੈਮਿਲੀ ਕੁਲ, ਵਿਲੇਜ ਗ੍ਰਾਮਾ, ਕਲੈਨ ਵਿਸ਼ ਹੋ ਗਿਆ ਸਾਡੇ ਕੋਲੇ, ਤੇ ਜਨਾ ਪੀਪਲ ਜਨਾ ਹੋ ਗਿਆ, ਤੇ ਉਸ ਤੋਂ ਬਾਅਦ ਸਾਡੇ ਕੋਲੇ ਜਿਹੜਾ ਸੀਗਾ ਦੂਜਾ ਆਪਣਾ ਰਾਸ਼ਟਰਾ ਕੰਟਰੀ ਹੋ ਗਿਆ। ਤੋ ਇਹ ਸਾਡੇ ਕੋਲੇ ਇੱਕ ਜਿਹੜੀ ਇਹਦੀ ਡਿਵੀਜ਼ਨ ਹੈ। ਦੂਜੀ ਉਸ ਤੋਂ ਬਾਅਦ ਸਾਡੇ ਕੋਲੇ ਜਿਸ ਨੂੰ ਆਊਟਲਾਈਨ ਕਰਨੀ ਹੋਵੇ ਤਾਂ ਇਹਨਾਂ ਸਾਰਿਆਂ ਚੋਂ ਗ੍ਰਾਮੀਣੀ ਇਜ਼ ਦਾ ਹੈਡ ਆਫ ਵਿਲੇਜ, ਇਹ ਤਾਂ ਬਿਲਕੁਲ ਕਲੀਅਰ ਹੈ ਸਾਡੇ ਕੋਲੇ। ਪ੍ਰੋਹਿਤ, ਸੈਨਾਨੀ, ਵ੍ਰਜਾਪਤੀ, ਸਪਾਸਾ ਜਾਂ ਦੂਤਾਸ, ਕੁਲਾਪਤੀ, भागादुगा, संगीहित्री, माहेशी, सूता, गोविका, रत्ना, पाला गाला, क्षत्री, चैंबरलिन, अक्षा बापा। तो ये जो ग्रामीण है इंपॉर्टेंट मैंबर ऑफ रॉयल एंटूरेज वो बनता नहीं है, ठीक है। जो ये साडे कोले जे असीं सी दी ऑप्शन सानूं 4 दिंदा है, किन बेस्ड यूनिट। देखो बी साडे कोले जिहड़ा मत के ग्रामीण है या विश है, सी साडे कोले 4 जांदा है, ਤੇ डी ਸਾਡੇ ਕੋਲੇ 1 ਆ ਜਾਂਦਾ ਹੈ, बी ਸਾਡੇ ਕੋਲੇ 2। मैं ग्रामीण ਨੂੰ इंपॉर्टेंट मैंबर ऑफ रॉयल एंटूरेज, ग्रामीण इज हैड। तो ਇਹਦੇ ਚ ਕੋਈ ਇਹਦੀਆਂ ਆਪਸ਼ਨਸ ਦੇ ਵਿੱਚ ਕੋਈ ਗੜਬੜ ਹੈ ਜਾਂ ਇਸ ਕੁਐਸਚਨ ਨੂੰ ਆਪਾਂ ਕੱਲ ਰੀਲੁੱਕ ਕਰਾਂਗੇ। ਤੇ ਇਹ ਕੁਐਸਚਨ ਹੈ ਨਾ ਜਿਹੜਾ ਇਹਨੂੰ ਆਪ ਵਾਰ-ਵਾਰ ਬੁੱਕਸ ਕੰਸਲਟ ਕਰਕੇ ਅਟੈਂਪਟ ਕਰੋ। ਜਦੋਂ ਆਪਾਂ ਇਹੋ ਜਿਹਾ ਕੁਐਸਚਨ ਸਾਨੂੰ ਬਹੁਤ ਕੁਝ ਸਿਖਾ ਕੇ ਜਾਂਦਾ, ਕਿਉਂਕਿ ਇਹਦੇ ਬਹਾਨੇ ਜਿਹੜੀ ਸਾਡੀ ਹੁੰਦੀ ਹੈ ਨਾ ਨੌਲੇਜ ਦੀ ਸੈਗਰੀਗੇਸ਼ਨ ਹੋ ਜਾਂਦੀ ਹੈ। ਨੌਲੇਜ ਦੀ ਜਿਹੜੀ ਆਪਾਂ ਬਿਲਕੁਲ ਨੇੜੇ ਨੇੜੇ ਦੀਆਂ ਜਿਹੜੀਆਂ ਚੀਜ਼ਾਂ ਵੈਸੇ ਹੀ ਆਪਾਂ ਪੜ੍ਹਦੇ ਰਹਿੰਦੇ ਆਪਾਂ ਧਿਆਨ ਨਹੀਂ ਦਿੰਦੇ, ਉਹਨਾਂ ਦੀ ਸੈਗਰੀਗੇਸ਼ਨ ਉਦੋਂ ਹੁੰਦੀ ਹੈ ਜਦੋਂ ਜਾਂ ਕੋਈ ਟਫ ਕੁਐਸਚਨ ਆ ਜਾਂਦਾ ਜਾਂ ਕੋਈ ਸਾਡੇ ਕੋਲੇ ਛੋਟਾ ਮੋਟਾ ਜਿਹੜਾ ਕੰਟਰੋਵਰਸ਼ੀਅਲ ਕੁਐਸਚਨ ਆ ਜਾਂਦਾ। ਜਿਸ ਤਰ੍ਹਾਂ ਹੁਣ ਇਹ ਥੋੜਾ ਜਿਹਾ ਅਜੀਬ ਜਿਹਾ ਲੁਕਿੰਗ ਕੁਐਸਚਨ ਆ ਗਿਆ ਆਪਣੇ ਕੋਲੇ ਜਿਹਦੇ ਵਿੱਚ ਕੋਈ ਆਪਸ਼ਨ ਸਿੱਧੀ ਮੈਚ ਹੁੰਦੀ ਲੱਗਦੀ ਹੋਈ ਨਹੀਂ ਹੈ। ਤੋ ਜਾਂ ਤਾਂ ਇਹਦੇ ਚੋਂ ਕੋਈ ਟਾਈਪਿੰਗ ਐਰਰਸ ਕਮਿਟ ਹੋ ਗਈਆਂ ਨੇ, ਤੇ ਅਦਰਵਾਈਜ਼ ਆਪਾਂ ਇਹਨੂੰ ਕਿਤੋਂ ਹੋਰ ਮੱਧ ਕੇ ਕ੍ਰਾਸ ਚੈੱਕ ਇੱਕ ਵਾਰ ਕਰ ਲਾਂਗੇ। ਐਂਡ ਨਾਓ ਵੀ ਸ਼ੈਲ ਸ਼ਿਫਟ ਟੂ ਦ ਨੈਕਸਟ ਕੁਐਸਚਨ। तो किनशिप ਦੇ ਵਿੱਚ ਜਿਹੜੀਆਂ ਸਾਡੇ ਕੋਲੇ ਇੰਪੋਰਟੈਂਟ ਟਰਮਸ ਨੇ, ਜਨਾ, ਜਨਾ ਤੋਂ ਬਾਅਦ ਸਾਡੇ ਕੋਲੇ ਗੋਪਤੀ, ਰਾਜਾ, ਰਾਜਨ ਗੋਪਤੀ ਵੀ ਕਹਿ ਦਿੰਦੇ ਸੀਗੇ। ਐਂਡ ਦੈਨ ਫੈਮਿਲੀ, ਕੁਲਾ, ਗ੍ਰਾਮਾ, ਵਿਲੇਜ, ਵਿਸ਼, ਜਨਾ, ਰਾਸ਼ਟਰਾ, ਗ੍ਰਿਹਾ, ਨਪਿਤਰੀ, ਕੁਲਾ। ਬਾਕੀ ਜਿਹੜਾ ਸਾਡੇ ਕੋਲੇ ਇੰਪੋਰਟੈਂਟ ਹੋਰ ਜਿਹੜੀਆਂ ਟਰਮ ਸੀ, ਦਾਸਾ, ਦਾਸ ਯੂ ਤੇ ਪਾਣੀ, ਪਾਣੀ ਦਾ ਆਪਾਂ ਗੱਲ ਇਹ ਆਪਾਂ ਇੱਕ ਟਰਮ ਕਰ ਲਈ ਸੀ। ਦਾਸਾ ਦਾ ਮਤਲਬ ਸਲੇਵ ਸੀਗਾ, ਤੇ ਦਾਸਯੁਸ ਦਾ ਮਤਲਬ ਜਿਹੜੀ ਇਸ ਏਜ ਦੇ ਵਿੱਚ ਸੀਗਾ ਰਿਚ ਪੀਪਲ। ਵਰਨਾ ਦੀ ਸੋਸ਼ਲ ਡਿਵੀਜ਼ਨ ਸੀਗੀ, ਬੜੀ ਸ਼ਾਰਪ ਡਿਵੀਜ਼ਨ ਸੀ। ਤੋ ਇਸ ਤੋਂ ਇਹ ਸਾਡੇ ਕੋਲੇ ਮੈਂ ਅਰਲੀ ਵੈਦਿਕ ਏਜ ਦਾ ਜਿਹੜਾ ਮੇਨ ਤੁਹਾਡੇ ਕੋਲੇ ਸੀਗਾ ਉਹ ਇੱਕ ਵਾਰੀ ਐਨਾਲਿਸਿਸ ਕਰਤਾ, ਮੇਨ ਟਰਮਸ ਜਿਹੜੀਆਂ ਸੀਗੀਆਂ। ਚਲੋ ਕਈ ਵਾਰੀ ਕੀ ਹੁੰਦਾ ਲੇਟਰ ਵੈਦਿਕ ਏਜ ਦੇ ਵਿੱਚ ਕੋਈ ਮਾੜੀ ਮੋਟੀ ਚੇਂਜਸ ਆ ਸਕਦੀਆਂ ਨੇ। ਤੋ ਲੇਟਰ ਵੈਦਿਕ ਏਜ ਦੇ ਵਿੱਚ ਗੋਤਰਾ ਐਕਸੋਗੈਮੀ ਹੋ ਗਈ। ਗੋਤਰਾ ਜਿਹੜਾ ਸੀਗਾ ਰਿਗਵੇਦ ਦੇ ਵਿੱਚ ਕਰਮ ਆਈ ਹੈ। ਫਿਰ ਸ਼ੂਦਰ ਦੀ ਗੱਲ ਕਰਦੇ ਆ, ਵੈਸ਼ ਦੀ ਗੱਲ ਕਰਦੇ ਆ, ਫਿਰ ਮੈਰਿਜਸ, ਕੁਝ ਸਪੈਸ਼ਲ ਰਾਈਟਸ ਸੀਗੀਆਂ। तो कोई गल नहीं, एक क्वेश्चन सानू फॉर द टाइमिंग नेक्स्ट इनू फेस ਆਪਾਂ ਕਰਾਂਗੇ। ਲਓ ਜੀ, which of the following ਵਿਦਾਂਗਾਸ contain श्रौता या श्रांता, गृह एंड धर्मा सूत्रा। तो बड़ा एक नेक्स्ट साडे कोले इंटरेस्टिंग क्वेश्चन ये जनरेट हो गया है। कल्पा सूत्रा जिहड़ा साडे कोले which of the following विदांगास contain श्रांता, गृह, जिहड़ा साडे कोले कल्पा सूत्रा है, कल्पा सूत्रा has got 3 divisions. One is श्रांता सूत्रा, दूजा गृह, तीजा साडे कोले धर्मा सूत्रा। गृह सूत्रा 16 संस्कार ने आप पहला देख चुके। नेक्स्ट क्वेश्चन आप पिकअप करिए। मैच द फॉलोइंग बुद्धिस्ट काउंसिल, फर्स्ट बुद्धिस्ट काउंसिल, सेकेंड बुद्धिस्ट काउंसिल ते थर्ड बुद्धिस्ट काउंसिल।
फस्ट बुद्धिस्ट काउंसिल जी साडे कोल राजगृह राजगृह या राजगिर दे विच फस्ट बुद्धिस्ट काउंसिल हुई सी। ये तो बहुत बार क्वेश्चन आता है। महाकश्यप आनंद ते उपाली महाकश्यप आनंद ते उपाली इन्होंने मते सूता पिताका इस तरह इन्होंने दो तीन इन्होंने धर्म दी मेन बुक्स ने बुद्ध धर्म दियां ते वो इन्होंने लिख रखियां ने। आनंद ने विनय पिताका सूता पिताका दो बुद्ध धर्म दी बहुत इंपॉर्टेंट बुक्स ने जिहड़ियां मतलब कि जिहड़े दो नेम मैं यूज किए हैं इन्होंने लिखियां ने। अजात शत्रु हरियांका डायनेस्टी का उस वेले रूलर सीगा। दूजी जिहड़ी है साडे कोले दूजी वैशाली च हुई है। बी गोस टू 2 वैशाली का जिहड़ा प्रेजिडेंट सीगा वो सभा कमी सी ते राजा काला सुक्का ये सीगा। थर्ड पाटलीपुत्र च हुई है। इहदा हैड तिस्या सी ते राजा अशोका। चौथी कश्मीर च हुई है कुंडाग्राम। कश्मीर दे विच इहदा हैड सीगा अश्वाघोषा। परशवनाथ ते वासुमित्रा। परशवनाथ नहीं सी ना नाम कुछ हो सी परशव इसना सी वासुमित्रा। तो इन्हां बारे तो बहुत बार क्वेश्चन आ चुका है आउंदा ही आउंदा क्वेश्चन। आइडेंटिफाई द प्लेस विच इज सेड टू बी द बर्थ प्लेस ऑफ महात्मा बुद्ध। महात्मा बुद्ध जी की जी हाँ जी हाँ जी बिल्कुल 93rd क्वेश्चन है जड़ा ये साडे कोले ऑप्शन सी है विच इज लुंबिनी। सारनाथ दे विच इन्हां दा जड़ा सीगा वो इन्होंने जड़ा पहला सीगा शब्द इन्हों ज्ञान होया इन्होंने पहला वो दिता सीगा सरमन दिता सीगा। तो एक कपिल वस्तु दे विच लुंबिनी है। कपिल वस्तु सारनाथ दे विच इन्होंने धर्मा चक्रा का कुछ इस तरह का वह आप जिन्होंने कह देंगे हैं कि इस तरह के शब्द वरतते हैं सारनाथ दे विच। तो धर्म चक्रा कुछ इस तरह का उत्थे उन्होंने जड़ा सीगा ये अपना पहला प्रवचन दिता सी। कुशीनगर दे विच उन्हां दी जिहड़ी डेथ हुई सी। कुशीनगर दे विच इन्हां दी जिहड़ी सी महात्मा बुद्ध की डेथ हुई सी। महात्मा बुद्ध बारे मैं थोड़ा दसदा 563 BC च इन्हां दा बर्थ होया सी। साक्या क्षत्रिय क्लैन नूं बिलोंग करदे सी। सुद्धोधना इन्हां दे पिता का नाम सीगा माता का नाम सीगा माया। गौतमी नाम की औरत ने इन्हां नूं पालिया पालन पोषण किया सी गौतमी। ते उस तो बाद 29 साल की उम्र दे विच ये जिहड़ा सी असैटिक हो गए सीगे ते उहनूं महा अभिनिष्कर्मण या ग्रेट गोइंग फोर्थ कह दिंदे आ। तो इन्हां दा पहली बार इन्हां नूं संख्या फिलोसफी सलारा कलामा ने सिखाई सी। मैडिटेशन की टेक्नीक इन्होंने उहदे तो सीखी। उस तो बाद उद्राका रामपत्रा इन्हां दे नैक्सट टीचर सीगे। ते बुद्धा ने निर्वाणा जिहड़ा एनलाइटनमेंट है ये बोध गया का ट्री सीगा पिपल का दरख्त सीगा। ते फलगू रिवर के कंढे के उत्ते इन्हां नूं ज्ञान मिलिया सीगा। तो सारनाथ डियर पार्क दे विच इन्हां ने पहली बार जिहड़ा अपना ज्ञान वंडिया सी प्रवचन किया सी ते उहनूं आपां कह दिंदे हैगे आ धर्म चक्कर परिवर्तन या टर्निंग ऑफ व्हील ऑफ लॉ। तो इन्हां दे नाल जिहड़ियां मेन प्लेसिस सीगियां वो एसोसीएटेड सीगियां। और याद रखियो संख्या फिलोसफी मैं तुहानूं पहलां भी आपां कपला दी संख्या फिलोसफी सी। उस तो बाद हू वर द फर्स्ट टीचर ऑफ बुद्धा आफ्टर हिज ग्रेट रिनंसिएशन। तो फर्स्ट टीचर्स है ना। तो अलारा कलामा ते उद्राका आप हुणी करके हटे। 94th का ए अश्वाकोशा ने तो इन्हां दी जीवन लिखिया ये चेले ही सी इन्हां दे। अश्वाकोशा तो कुशांस दे वेले होया इन्हें बुद्ध चरित्र कुछ इस तरह का लिखिया। सारीपुत्रा एंड मौद गलियाना ये सारियां अलारा एंड कलामा इको बंदे का नाम सीगा। तो ये अपना क्वेश्चन हो चुका है तो हमें ज्यादा फोकस करने की लोड़ नहीं। विच ऑफ द फॉलोइंग इज बायोग्राफी ऑफ महात्मा बुद्ध। ललिता विस्तारा ते महावस्तु ये गलत पासे ऑप्शन दे जाते हैं। ललिता विस्तारा ते महावस्तु महात्मा बुद्ध के सिंबल किहड़े ने बर्थ लोटस एंड बोल रिनंसिएशन हॉर्स एनलाइटनमेंट बुद्धि ट्री फर्स्ट सरमन धर्मा चक्रा परिवर्तन ते महापरिनिर्वाणा डेथ ते ओदा साडे कोल स्तूपा हो गया। इन्हां दे जिहड़ियां बायोग्राफीज ने
ਮਹਾਤਮਾ ਬੁੱਧ ਦੀਆਂ ਇਹਦੇ ਵਿੱਚ ਇਹਨਾਂ ਦੀ ਬਾਇਓਗ੍ਰਾਫੀਜ਼ ਦੇ ਵਿੱਚ ਇਹਨਾਂ ਦੋਵਾਂ ਚੋਂ ਤਾਂ ਕੋਈ ਲੱਗਦਾ ਨਹੀਂ। ਲਲਿਤਾ ਵਿਸਤਾਰਾ ਦੇ ਨਾਲ ਜਿਹੜੀ ਲਾਸਟ ਆਪਸ਼ਨ ਹੈ, ਸਰ ਉਹਨਾਂ ਨੇ ਨੋਟ ਪੁੱਛਿਆ ਹੋਇਆ। ਇੱਕ ਮਿੰਟ, ਹਾਂ ਇਹਨੇ ਨੋਟ ਹੈ ਕਿਉਂਕਿ ਨੋਟ ਸਾਡੇ ਦਿਮਾਗ ਚੋਂ ਸਕਿਪ ਹੋ ਜਾਂਦਾ। ਮਹਾਵਸਤੂ ਜੀ, ਦਿਸ ਇਜ਼ ਮਹਾਵਸਤੂ, ਠੀਕ ਹੈ। ਤਾਂ ਇਹ ਇਹਨਾਂ ਦੀ ਬਾਇਓਗ੍ਰਾਫੀ ਨਹੀਂ ਹੈਗੀ। ਸਰ ਜਿਹੜਾ ਇਹ ਮਹਾਵੰਸ਼ ਹੈ ਉਹੀ ਹੈ ਨਾ ਜਿਹੜਾ ਸ਼੍ਰੀਲੰਕਾ ਵਾਲਾ ਕ੍ਰੋਨਿਕਲ ਕੋਈ? ਹਾਂ ਬਿਲਕੁਲ 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 ਬਿਲਕੁਲ। ਤੇ ਉਹ ਕਈ ਵਾਰੀ ਜਿਹੜਾ ਸਾਡੇ ਕੋਲੇ ਨਾ ਕ੍ਰੋਨਿਕਲ ਨੂੰ ਅਸੀਂ ਕਿਉਂ ਇਨਕਲੂਡ ਨਹੀਂ ਕਰਦੇ, ਮੈਂ ਇਹਨਾਂ ਦੇ ਕੁਝ ਜਿਹੜੀਆਂ ਮੇਨ ਬੁੱਕਸ ਨੇ ਉਹ ਮੈਂ ਜਿਹੜਾ ਉਹਨਾਂ ਦੇ ਕੁਇਕ ਰਿਵਿਊ ਦੇ ਦਿੰਦਾ। ਇਹਨਾਂ ਦੇ ਜਿਹੜਾ ਪਹਿਲੀ ਗੱਲ ਤਾਂ ਇਹਨਾਂ ਦਾ ਲਿਟਰੇਚਰ ਹੈ ਜਿਹੜਾ ਪਾਲੀ ਭਾਸ਼ਾ 'ਚ ਲਿਖਿਆ ਜਾਂਦਾ। ਤੋਂ ਪ੍ਰਾਕ੍ਰਿਤ ਦੇ ਵਿੱਚ ਸਾਡੇ ਕੋਲੇ ਜੈਨ ਧਰਮ ਦਾ ਲਿਟਰੇਚਰ, ਬੁੱਧਿਸਟ ਟਰਮਸ ਵੀ ਹੈਗੀਆਂ, ਬੁੱਧਿਸਟ ਲਿਟਰੇਚਰ ਆ ਗਿਆ ਜੀ। ਤੋਂ ਪਹਿਲੀ ਕੌਂਸਲ ਰਾਜਗ੍ਰਹਿ ਚ ਹੋਈ, ਆਨੰਦ ਨੇ ਸੂਤਾ ਪਿਤਾਕਾ ਬਣਾਇਆ, ਉਪਾਲੀ ਨੇ ਵਿਨੈ ਪਿਤਾਕਾ। ਅਭਿਧਾਮਾ ਪਿਤਾਕਾ ਜਿਹੜਾ ਸੀਗਾ ਇਹ ਥਰਡ ਬੁੱਧਿਸਟ ਕੌਂਸਲ ਦੇ ਵਿੱਚ ਐਡ ਹੋਇਆ। ਫਿਰ ਜਿਹੜੇ ਸੂਤਾ ਪਿਤਾਕਾ ਹੈ, ਸੂਤਾ ਪਿਤਾਕਾ ਦੇ 5 ਗਰੁੱਪਾਂ ਨੂੰ ਨਿਕਾਇਸ ਕਹਿ ਦਿੰਦੇ ਆ। ਤੇ ਇਸੇ ਤਰ੍ਹਾਂ ਜਿਹੜਾ ਵਿਨੈ ਪਿਤਾਕਾ ਹੈ ਇਹਦੇ ਵੀ ਅੱਗੇ 5 ਗਰੁੱਪਸ ਹੈ। ਤੇ ਜਿਹੜਾ ਅਭਿਧਾਮਾ ਪਿਤਾਕਾ ਹੈ ਇਹ ਸਾਡੇ ਕੋਲੇ ਸਟੋਰੀਜ਼ ਹੈ। ਮਹਾਤਮਾ ਬੁੱਧ ਦੀਆਂ ਜਿਹੜੀਆਂ ਜਾਤਕ ਹੈ, ਜਾਤਕ ਮਹਾਤਮਾ ਬੁੱਧ ਦੀਆਂ 500 ਪੋਇਮਸ ਹੈ, ਉਹਨਾਂ ਦੀ ਲਾਈਫ ਬਾਰੇ ਕਹਾਣੀਆਂ ਨੇ। ਉਸ ਤੋਂ ਬਾਅਦ ਸਾਡੇ ਕੋਲੇ ਆਹ ਹੁਣ ਬੁੱਕ ਆ ਗਈ ਜਿਹੜੀ ਤੁਸੀਂ ਕਹਿੰਦੇ ਸੀ ਬੁੱਧ ਵੰਸਾ। ਇਹਦੇ ਚ ਜਿਹੜੇ ਮਤਲਬ ਕਿ 24 ਬੁੱਧਾਸ ਨੇ ਜਿਹੜੇ, ਉਹਨਾਂ ਦੇ ਬਾਰੇ ਇਹਨਾਂ ਨੇ ਡਿਟੇਲ ਚ ਲਿਖਿਆ। ਉਸ ਤੋਂ ਬਾਅਦ ਮਿਲਿੰਦ ਪਾਂਚੋਵਾਲਾ ਮਿਨਾਂਦਰਾ, ਤੇ ਜਿਹੜਾ ਬੁੱਧਿਸਟ ਮੌਕ ਦੇ ਵਿੱਚ ਡਾਇਲੌਗ ਹੈ ਉਹ ਮਲਿੰਦਾ ਪਨੋ ਚ ਲਿਖਿਆ। ਜਿਹੜੇ ਹੁਣ ਲੰਕਾ ਦੇ ਕ੍ਰੋਨਿਕਲ ਨੇ ਉਹਦੇ ਚ ਮਹਾਵੰਸਾ, ਗ੍ਰੇਟ ਕ੍ਰੋਨਿਕਲ, ਦੀਪ ਵੰਸਾ, ਆਈਲੈਂਡ ਕ੍ਰੋਨਿਕਲ, ਤੇ ਇਸੇ ਤਰ੍ਹਾਂ ਸਾਡੇ ਕੋਲੇ ਕੁਲਾ ਵੰਸਾ, ਇਹਨੂੰ ਅਸੀਂ ਲੈਸਰ ਕ੍ਰੋਨਿਕਲ ਕਹਿ ਦਿੰਦੇ ਆ। ਇਹ ਇਹਨਾਂ ਦੇ ਲਿਟਰੇਚਰ ਦੇ ਵਿੱਚ ਜਿਹੜੀਆਂ ਮੇਨ ਬੁੱਕਸ ਸੀਗੀਆਂ ਉਹ ਆਉਂਦੀਆਂ ਨੇ। ਤੇ ਇਹਦੇ ਵਿੱਚ ਮਹਾਵੰਸਾ ਦੀ ਗੱਲ ਕੀਤੀ ਹੈ ਵਿਚ ਇਜ਼ ਦ ਗ੍ਰੇਟ ਕ੍ਰੋਨਿਕਲ। ਇਹ ਇਹਨਾਂ ਦਾ ਬੇਸਿਕਲੀ ਸਾਡੇ ਕੋਲੇ ਜਿਹੜਾ ਇੱਕ ਆਪਾਂ ਆਹ ਜਿਹੜੀ ਇਹਨਾਂ ਦੀ ਬੁੱਕ ਪਿਕਅਪ ਕੀਤੀ ਸੀ, ਆਪਸ਼ਨ ਇਹਦੀ B ਹੀ ਹੈ। ਤਾਂ ਮੈਂ ਇੱਕ ਵਾਰ ਤੁਹਾਨੂੰ ਜਿਹੜਾ ਮੇਨ ਲਿਟਰੇਚਰ ਸੀ ਜਿਹੜਾ ਉਹ ਕਰਾਤਾ। ਇੱਕ ਵਾਰੀ ਇਹਨਾਂ ਨੂੰ ਜਦੋਂ ਵੀ ਐਗਜ਼ਾਮ ਦੇਣ ਜਾਣਾ ਇਹਨਾਂ ਨੂੰ ਦੇਖ ਲਿਆ ਕਰੋ ਮਾੜਾ ਜਿਹਾ, ਜਿਵੇਂ ਹੁੰਦਾ ਨਾ ਆਪਣੇ ਨੋਟਸਾਂ 'ਚ ਹਾਈਲਾਈਟ ਕਰਕੇ ਰੱਖ ਲਓ ਇਹਨਾਂ ਸਾਰਿਆਂ ਨੂੰ। ਤਾਂ ਇੱਕ ਵਾਰ ਨਿਗਾਹ 'ਚੋਂ ਹੀ ਕੱਟਣਾ ਹੁੰਦਾ, ਰੱਟਾ ਮਾਰਨ ਦੀ ਕੋਸ਼ਿਸ਼ ਨਹੀਂ ਕਰਨੀ। ਨੈਕਸਟ ਸਾਡੇ ਕੋਲੇ ਵਿਚ ਆਫ ਦ ਫੋਲੋਇੰਗ ਵਾਸ ਐਡਿਡ ਟੂ ਦ ਬੁੱਧਿਸਟ ਕ੍ਰੋਨਿਕਲ ਟੈਕਸਟ ਇਨ ਦ 4th ਬੁੱਧਿਸਟ ਕਾਉਂਸਲ। 4th ਬੁੱਧਿਸਟ ਕਾਉਂਸਲ ਦੇ ਵਿੱਚ ਕਿਹੜੀ ਇਹਨਾਂ ਦੇ ਵਿੱਚੋਂ ਜਿਹੜੇ ਸੀਗਾ 4th ਬੁੱਧਿਸਟ ਕਾਉਂਸਲ ਕਸ਼ਮੀਰ ਵਾਲੀ, ਕੁੰਡਾਗ੍ਰਾਮ ਵਾਲੀ 4th ਬੁੱਧਿਸਟ ਕਾਉਂਸਲ ਸੀ। ਜਿਹੜੀ ਸਾਡੇ ਕੋਲੇ 4th ਬੁੱਧਿਸਟ ਕਾਉਂਸਲ ਹੈ ਕੁੰਡਲਵਨ ਜਾਂ ਕੁੰਡਾਗ੍ਰਾਮ ਵੀ ਇਹਨੂੰ ਕਹਿ ਦਿੰਦੇ ਆ। ਇਹਦੇ ਚ ਬੰਦੇ ਕਿਹੜੇ ਕਿਹੜੇ ਹੈਡ ਸੀ ਜੇ ਆਪਾਂ ਦੇਖੀਏ। ਇੱਕ ਸਾਡੇ ਕੋਲੇ ਅਸ਼ਵਾਕੋਸ਼ਾ ਇਹੀ ਸੀਗਾ ਜਿਹਨੇ ਬੁੱਧਾ ਚਰਿਤਰਾ ਲਿਖੀ ਆ, ਇਹ ਬਹੁਤ ਵਾਰੀ ਕੁਐਸਚਨ ਆਇਆ। ਦੂਜਾ ਪਰਸ਼ਵਾ, ਤੀਜਾ ਅਸ਼ੁਮਿਤਰਾ ਜਾਂ ਵਾਸੂਮਿਤਰਾ ਵੀ ਇਹਨੂੰ ਕਹਿ ਸਕਦੇ ਹਾਂ। ਇਹ ਮੇਨ ਸੀਗੇ 4th ਬੁੱਧਿਸਟ ਕਾਉਂਸਲ ਦੇ ਵਿੱਚ। 4th ਬੁੱਧਿਸਟ ਕਾਉਂਸਲ ਕੁਸ਼ਾਨ ਦੇ ਵੇਲੇ ਹੋਈ ਹੈ 72 AD ਦੇ ਵਿੱਚ। ਕਨਿਸ਼ਕਾ ਇਹ ਸਾਡੇ ਕੋਲੇ ਮੇਨ ਜਿਹੜਾ ਸੀਗਾ ਲਿੰਕ ਸੀਗਾ। ਤਾਂ ਦੇਖੋ ਇਹਨਾਂ ਨੇ ਇਹ ਬਾਅਦ ਚ ਕੀ ਐਡ ਕਰ ਸਕਦੇ ਸੀਗੇ ਜੇ ਆਪਾਂ ਇਸੇ ਚੀਜ਼ ਤੇ ਆਈਏ। ਇਹ ਕੀ ਲਿਟਰੇਚਰ ਐਡ ਕਰ ਸਕਦੇ ਸੀ ਸਾਡੇ ਕੋਲੇ, ਕਮੈਂਟਰੀਆਂ ਹੀ ਐਡ ਕਰ ਸਕਦੇ ਸੀ ਕਿਉਂਕਿ ਸਮਾਂ ਬਹੁਤ ਜ਼ਿਆਦਾ ਹੋ ਚੁੱਕਿਆ ਸੀ। ਕਹਾਣੀਆਂ ਕਹਾਣੀਆਂ ਤਾਂ ਮਹਾਤਮਾ ਬੁੱਧ ਦੀਆਂ ਪਹਿਲਾਂ ਹੀ ਲਿਖੀਆਂ ਜਾ ਚੁੱਕੀਆਂ ਸੀ। ਅਸ਼ਵਾਕੋਸ਼ਾ ਨੇ ਉਹਨਾਂ ਕਹਾਣੀਆਂ ਦੇ ਬੇਸ ਦੇ ਉੱਤੇ ਬੜੀ ਫੇਮਸ ਬੁੱਕ ਹੈ ਬੁੱਧਾ ਚਰਿਤਰਾ ਲਿਖੀ ਹੈ, ਸੰਸਕ੍ਰਿਤ ਹੈ ਮੋਸਟ ਪ੍ਰੋਬੇਬਲੀ। तो कथा वस्तु विभाषा भी साडे कोल है, ठीक है ना। तो ऑप्शन सी विभाषा, एक भाषा ते भाखा, भाखा इहनूं पंजाबी च कह दिंदे आ, भाषा इहनूं संस्कृत च कह दिंदे आ, या इहनूं भाषा कह दिंदे आ। भाषा आम तौर ते वो लिखे जाते हैं ਜਦੋਂ लोगों की जुबान ਦੇ ਵਿੱਚ ਜਿਹੜੀ ਲੋਕ ਭਾਸ਼ਾ ਬੋਲਦੇ ਆ ਤੇ ਜਿਹੜੀ ਉਹਦੇ ਵਿੱਚ ਲਿਖੀ ਹੋਈ ਭਾਸ਼ਾ ਹੈ ਉਹਦੇ ਵਿੱਚ ਬੜਾ ਫਰਕ ਹੋਵੇ, ਜਾਂ ਜਿਹੜੇ ਕਨਸੈਪਟਸ ਨੇ ਸਾਡੇ ਸਾਰੇ ਉਹ ਐਬਸਟ੍ਰੈਕਸ਼ਨ ਹੋਣ ਇੱਕ ਆਮ ਆਦਮੀ ਨੂੰ ਸਮਝਾਉਣ ਦੇ ਲਈ ਉਹਨਾਂ ਨੂੰ ਮੋਡੀਫਿਕੇਸ਼ਨ ਕਰਕੇ ਜਾਂ ਸਟੋਰੀਜ਼ ਬਣਾ ਕੇ ਨਾਲ ਐਡ ਕਰਨਾ ਹੋਵੇ। तो ਜਿਹੜੀ ਇੱਕ ਕਿਸੇ ਵੀ ਗ੍ਰੰਥ ਦੇ ਲਿਖੇ ਜਾਣ ਤੋਂ ਕਾਫੀ ਸਮਾਂ ਬਾਅਦ ਜੋ ਲਿਖਿਆ ਜਾਂਦਾ ਹੈ ਉਹ ਮੁੱਖ ਤੌਰ ਤੇ ਕਮੈਂਟਰੀਆਂ ਹੁੰਦੀਆਂ ਜਾਂ ਭਾਸ਼ਾ ਹੀ ਹੁੰਦੀਆਂ ਜਹਾਂ ਤੱਕ ਮਹਾਤਮਾ ਬੁੱਧ ਦੀਆਂ ਸਟੋਰੀਜ਼ ਨੇ। During the reign of which of the following kings did Mahanaism formally came into existence? ਇਹ ਬੜਾ ਇੰਪੋਰਟੈਂਟ ਕੁਐਸਚਨ ਹੈ। ਮਹਾਨਾਇਜ਼ਮ ਬੁੱਧ ਧਰਮ ਦੀ ਇੱਕ ਫਾਰਮ ਹੈ ਜਿਹੜੀ ਮਹਾਤਮਾ ਬੁੱਧ ਨੂੰ ਮੂਰਤੀ ਬਣਾ ਕੇ ਤੇ ਮਹਾਤਮਾ ਬੁੱਧ ਜੀ ਦੀ ਪੂਜਾ ਕਰਦੀ ਹੈ। ਸਰ ਇਹ ਕਨਿਸ਼ਕਾ ਦੇ ਵੇਲੇ ਆਇਆ ਮੋਸਟ ਪ੍ਰੋਬੇਬਲੀ ਇਹਦੇ ਟਾਈਮ ਦੇ ਉੱਤੇ ਹੀ ਹੋਏਗਾ। ਠੀਕ ਹੈ, ਆਪਾਂ ਆਪਸ਼ਨਸ ਦੇਖ ਲੈਂਦੇ ਹਾਂ ਕਿਹੜੀਆਂ ਕਿਹੜੀਆਂ ਹੈਗੀਆਂ। तो ਇਹਦੇ ਚ ਅਜਾਤ ਸ਼ਤਰੂ ਦਾ ਬਹੁਤ ਪਹਿਲਾਂ ਹੋ ਗਿਆ, ਧਰਮਾਪਾਲਾ ਬਹੁਤ ਬਾਅਦ ਚ ਹੋਇਆ।
ਅਸ਼ੋਕਾ ਜਿਹੜਾ ਸੀਗਾ, ਅਸ਼ੋਕਾ ਬੁੱਧ ਧਰਮ ਦਾ ਫਾਲੋਅਰ ਸੀਗਾ, ਉਹਦੇ ਵੇਲੇ ਤਾਂ ਇਹਦੇ ਚਾਂਸ ਘੱਟ ਹੈ। ਇਟ ਇਜ਼ ਕਨਿਸ਼ਕਾ ਜਿਹੜਾ ਬੁੱਧ ਧਰਮ ਦਾ ਬਾਅਦ ਦੇ ਵਿੱਚ ਆਪਾਂ ਜਿਹਨੂੰ ਕਹਿ ਦਿੰਦੇ ਆ ਕਿ ਮਹਾਤਮਾ ਬੁੱਧ ਜਿਹੜਾ ਸੀਗਾ, ਮਹਾਨਿਜ਼ਮ ਮੂਰਤੀ ਪੂਜਾ ਦਾ ਜਿਹੜਾ ਵਰਜਨ ਸ਼ੁਰੂ ਹੋਇਆ ਉਹ ਕਨਿਸ਼ਕਾਸ ਦੇ ਵੇਲੇ ਹੀ ਸ਼ੁਰੂ ਹੋਇਆ। ਤੋ ਇੱਕ ਮੈਨੇ ਵਿੱਚ ਅਸ਼ੋਕਾ ਦੀ ਗੱਲ ਕੀਤੀ ਹੈ, तो मैं जरा अशोका ਦੇ ਉੱਤੇ दो मिनट, अशोका ਨੂੰ ਆਪਣੇ ਆਪ ਡੀਲ ਕਰਨਾ ਬੜਾ ਔਖਾ ਕੰਮ ਆ, ਆਪਾਂ ਨੂੰ ਪਤਾ ਹੀ ਆ। ਅਸ਼ੋਕਾ ਤੋਂ ਕਨਿਸ਼ਕਾ ਬਾਅਦ ਹੋਏ ਨੇ। ਜਰਾ 2 ਮਿੰਟ ਅਸ਼ੋਕਾ ਤੇ ਲਾਉਣੇ ਚਾਹੁੰਦਾ ਸੀ। ਲਓ ਜੀ, ਜਿਹੜਾ ਅਸ਼ੋਕਾ ਸੀਗਾ, ਦੀਪ ਵੰਸਾ ਜਿਹੜੀ ਟੈਕਸਟ ਬੁੱਕ ਹੈ, ਦੀਪ ਵੰਸਾ ਹੁਣੇ ਆਪਾਂ ਉੱਤੇ ਦੇਖੀ ਸੀ, ਇਹ ਅਸ਼ੋਕਾ ਬਾਰੇ ਦੱਸਦੀ ਹੈ ਕਿ ਉਹਨੇ ਆਪਣੇ 99 ਭਰਾਵਾਂ ਦਾ ਕਤਲ ਕੀਤਾ ਸੀ। ਤਕਸ਼ਲਾ ਜਿਹੜਾ ਹੈਗਾ ਰਾਵਲਪਿੰਡੀ ਦੇ ਨੇੜੇ ਆ, ਇਹਦੀ ਕੈਪੀਟਲ ਸੀਗਾ। ਤੋ ਇਹਦੇ ਵੇਲੇ ਜਿਹੜਾ ਗਵਰਨਰ ਵੀ ਰਿਹਾ ਤਕਸ਼ਲਾ ਦਾ, ਗੰਧਾਰਾ ਸਕੂਲ ਆਫ ਆਰਟ ਬੜਾ ਇਹਦੇ ਵੇਲੇ ਪ੍ਰਮੋਟ ਹੋਇਆ, ਤੇ ਅਸ਼ੋਕਾ ਨੇ ਲੜਾਈਆਂ ਬੜੀਆਂ ਲੜੀਆਂ ਨੇ, ਤੇ ਜਿਹੜੇ ਧਰਮਾਤਿਆਸ ਨੂੰ ਇਹਨੇ ਅਪਾਇੰਟ ਕੀਤਾ। ਤੋ ਅਸ਼ੋਕਾ ਦੇ ਜਿਹੜੇ ਇਨਸਕ੍ਰਿਪਸ਼ਨਸ ਨੇ ਉਹਦਾ ਬਹੁਤ ਜ਼ਿਆਦਾ ਮਤਲਬ ਕਿ ਉਹਦੇ ਲਈ ਤਾਂ ਅਲੱਗ ਹੀ, ਜਿਵੇਂ ਆਪਾਂ ਕਹਿੰਦੇ ਹਾਂ ਕਿ 3-4 ਪੇਜ ਲੱਗ ਚਾਹੀਦੇ ਆ, ਕਾਫੀ ਲੰਮਾ ਚੌੜਾ ਕੰਮ ਹੈ ਉਹਨਾਂ ਨੂੰ ਡੀਲ ਕਰਨਾ। ਤੋ ਇਹਦਾ ਠੀਕ ਹੈ ਜੀ, ਇਹ ਸਾਡੇ ਕੋਲ ਜਿਹੜੀ ਇਹਦੀ ਆਪਸ਼ਨ ਤੋਂ ਆਪਾਂ ਅੱਗੇ ਪ੍ਰੋਸੀਡ ਕਰੀਏ। 98th ਕੁਐਸਚਨ, ਜੈਨ ਬੁੱਧਿਜ਼ਮ, ਮਾਰੂਤੀ ਸੁਜ਼ੂਕੀ ਦੀ ਇੱਕ ਗੱਡੀ ਆਈ ਸੀ ਜੈਨ, ਮਾਰੂਤੀ ਜੈਨ, ਮੇਰਾ ਤਾਂ ਮਾਰੂਤੀ ਵੀ ਨਾਂ ਸੀਗਾ। ਮਾਰੂਤੀ ਜਿਹੜਾ ਵਰਡ ਹੈ ਉਹ ਇੰਡੀਅਨ ਗॉड ਆਫ ਵਿੰਡ, ਮਾਰੂਤੀ ਹਨੂਮਾਨ ਜੀ ਨਾਲ ਲਿੰਕ ਹੈ। ਹਨੂਮਾਨ ਜੀ ਨੂੰ ਕਈ ਵਾਰੀ ਮਾਰੂਤ ਵੀ ਕਿਹਾ ਜਾਂਦਾ ਹੈ। ਮਾਰੂਤੀ ਸੁਜ਼ੂਕੀ, ਮਾਰੂਤੀ ਜੈਨ, ਪਤਾ ਨਹੀਂ ਵਿੱਚ ਜੈਨ ਜਿਹੜਾ ਬੁੱਧਿਸਟ, ਜੈਨ ਇਜ਼ ਅ ਫਾਰਮ ਆਫ ਬੁੱਧਿਜ਼ਮ। ਆਪਾਂ ਇੱਥੇ ਆਈਏ तो Zen Buddhism introduced in the 12th century AD found its adherents mainly among the warriors and influenced Japanese culture considerably. The key to the enlightenment of Zen Buddhism is logic. Zen Buddhism ਨੂੰ enlightenment ਦਾ ਸਾਡੇ ਕੋਲੇ ਕੀ ਸੀਗਾ। ਦੇਖੋ, ਜਦੋਂ enlightenment ਦੀ ਗੱਲ ਹੁੰਦੀ ਹੈ, ਭਾਵੇਂ ਉਹ ਬੁੱਧਿਜ਼ਮ ਹੋਵੇ, ਸਿੱਖਿਜ਼ਮ ਹੋਵੇ, ਸਨਾਤਨ ਮਤ ਹੋਵੇ, ਕੋਈ ਵੀ ਹਿੰਦੁਸਤਾਨ 'ਚ ਜਨਮਿਆ ਧਰਮ ਹੋਵੇ, ਉਹ ਯੋਗ ਤੇ ਮੈਡੀਟੇਸ਼ਨ ਦੇ ਉੱਤੇ ਡਿਪੈਂਡ ਕਰਦਾ ਹੈ। ਪੱਕੀ ਚੀਜ਼ ਇੱਕ ਪੱਲੇ ਬੰਨ ਲਓ, ਯੋਗ ਐਂਡ ਮੈਡੀਟੇਸ਼ਨ। ਤੋ ਇਸ ਕਰਕੇ ਸਾਡੇ ਕੋਲੇ ਇਹਦੀ ਆਪਸ਼ਨ ਜਿਹੜੀ ਹੈ ਸੀ ਹੈ। ਤੋ ਅੱਜ ਦਾ ਲੈਕਚਰ ਆਪਾਂ ਇੱਥੋਂ ਤੱਕ ਹੀ ਕਰਾਂਗੇ।